ਅੱਜ ਪਹਿਲੇ ਤੁਹਾਡਾ ਸਾਰਿਆਂ ਮੀਡੀਆ ਜਨਾਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਬੜੇ ਸ਼ਾਰਟ ਨੋਟਿਸ ਤੇ ਤੁਸੀਂ ਪਹੁੰਚੇ ਹੋ ਔਰ ਤੁਹਾਡੇ ਕੋਲੋਂ ਮਾਫੀ ਵੀ ਮੰਗਦੇ ਹਾਂ ਕਿਉਂਕਿ 11 ਵਜੇ ਦਾ ਤੁਹਾਡਾ ਟਾਈਮ ਸੀ। ਸਾਡੇ ਇੱਕ ਮੀਤ ਪ੍ਰਧਾਨ ਸਾਹਿਬ ਦੀ ਥੋੜੀ ਤਬੀਅਤ ਠੀਕ ਨਹੀਂ ਸੀ ਸਾਡੇ ਭਰਤਭੂਸ਼ਣ ਜੀ ਦੀ ਤੇ ਉਸ ਕਾਰਨ ਅਸੀਂ ਥੋੜੇ ਲੇਟ ਹੋ ਗਏ ਤੇ ਉਸ ਦੇ ਲਈ ਮਾਫੀ ਮੰਗਦੇ ਹਾਂ। ਦੂਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਮੇਨ ਵਿਸ਼ਾ ਜਿਹੜਾ ਹੈ ਉਹ ਜਿਹੜਾ ਅੱਜ ਦਾ ਬਰਨਿੰਗ ਇਸ਼ੂ ਚੱਲ ਰਿਹਾ ਹੈ ਸਰੋਰ ਟੋਲ ਪਲਾਜ਼ਾ। ਸਰੋਰ ਟੋਲ ਪਲਾਜ਼ਾ ਦੇ ਕਰਕੇ ਤੁਸੀਂ ਵੇਖਿਆ ਹੋਣਾ ਅਸੀਂ ਪਹਿਲੇ ਵੀ ਜਦੋਂ ਐਲਜੀ ਸਾਹਿਬ ਨੂੰ ਮਿਲੇ ਹਾਂ ਅਸੀਂ ਬਰੀਫ ਨੋਟ ਕੀਤਾ ਸੀ ਬਰੀਫ ਕੀਤਾ ਸੀ ਸਾਰਿਆਂ ਨੂੰ ਕਿ ਅਸੀਂ 1/8 ਨੂੰ ਇੱਕ ਲੈਟਰ ਡਿਵਕਾਮ ਸਾਹਿਬ ਨੂੰ ਦਿੱਤੀ ਸੀ। ਡਿਵਕਾਮ ਸਾਹਿਬ ਨੇ ਉਸ ਸਾਡੀ ਲੈਟਰ ਦੀ ਜਿਹੜੀ ਹੈ ਅੱਗੇ ਉਹਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ 5 ਤਰੀਕ ਨੂੰ ਫਾਰਵਰਡ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਸੀ ਕਿ 15 ਅਗਸਤ ਆ ਰਿਹਾ 15 ਅਗਸਤ ਤੋਂ ਬਾਅਦ ਜਿਹੜਾ ਇਹ ਮਸਲਾ ਹੱਲ ਹੋ ਜਾਏਗਾ। ਫਿਰ 15 ਅਗਸਤ ਤੋਂ ਬਾਅਦ ਵੀ ਜਦ ਅਸੀਂ ਦੇਖਿਆ ਮਸਲਾ ਹੱਲ ਨਹੀਂ ਹੋਇਆ ਸਾਨੂੰ ਪਤਾ ਚੱਲਿਆ ਐਲਜੀ ਸਾਹਿਬ ਆ ਰਹੇ ਨੇ 22 ਤਰੀਕ ਨੂੰ ਅਸੀਂ ਐਲਜੀ ਸਾਹਿਬ ਨੂੰ ਮਿਲੇ ਹਾਂ। ਐਲਜੀ ਸਾਹਿਬ ਨੇ ਕਿਹਾ ਕਿ ਵਿਦਇਨ ਡੇਜ਼ ਜਿਹੜਾ ਇਹ ਮਸਲਾ ਹੱਲ ਕੀਤਾ ਜਾਏਗਾ। ਅੱਜ ਫਿਰ 4 ਦਿਨ ਹੋ ਚੁੱਕੇ ਨੇ ਸਾਨੂੰ ਐਲਜੀ ਸਾਹਿਬ ਨੂੰ ਮਿਲੇ ਦੇ ਹਾਂ ਤੇ ਕੱਲ ਅਸੀਂ ਇੱਕ ਅਰਜੈਂਟ ਮੀਟਿੰਗ ਬੁਲਾਈ ਸੀ ਕਿਉਂਕਿ ਅਸੀਂ ਪਿਛਲੇ 1 ਸਾਲ ਸਵਾ ਸਾਲ ਤੋਂ ਅਸੀਂ ਚੱਲ ਰਹੇ ਹਾਂ। ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਮਸਲਾ ਜਿਹੜਾ ਹੈ ਟੇਬਲ ਟਾਕ ਦੇ ਰਾਹੀਂ ਹੱਲ ਹੋ ਸਕੇ, ਮਗਰ ਇਸ ਦਾ ਮਤਲਬ ਇਹ ਨਹੀਂ ਕਿ ਟੇਬਲ ਟਾਕ ਦੇ ਰਾਹੀਂ ਹੱਲ ਨਹੀਂ ਹੋਏਗਾ ਤਾਂ ਅਸੀਂ ਬਾਰ-ਬਾਰ ਟੇਬਲ ਨੂੰ ਥਪਥਪਾਉਂਦੇ ਰਹਾਂਗੇ, ਐਸਾ ਨਹੀਂ ਹੈ। ਪਿਛਲੀ ਵਾਰ ਵੀ ਫਿਟਨੈਸ ਦਾ ਮਸਲਾ ਸੀ ਅਸੀਂ ਬੰਦ ਦੀ ਕਾਲ ਕੀਤੀ ਸੀ ਔਰ ਸਾਡਾ ਮਸਲਾ 14 ਤਰੀਕ ਨੂੰ ਹੱਲ ਹੋਇਆ ਸੀ ਵਿਸਾਖੀ ਵਾਲੇ ਦਿਨ। ਮਗਰ ਇਹ ਜਿਹੜਾ ਇਹ ਬਹੁਤ ਜ਼ਿਆਦਾ ਬਰਨਿੰਗ ਇਸ਼ੂ ਹੈ ਕਿਉਂਕਿ ਇਸ ਦੇ ਨਾਲ ਪੂਰੀ ਜੰਮੂ ਕਸ਼ਮੀਰ ਦੀ ਆਵਾਮ ਦੇ ਸੈਂਟੀਮੈਂਟ ਜੁੜੇ ਦੇ ਨੇ ਔਰ ਸਾਡੇ ਵੀਰ ਜਿਹੜੇ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਸਨ ਉੱਥੇ ਉਹਨਾਂ ਵੀਰਾਂ ਨੂੰ ਪੁਲਿਸ ਨੇ ਜਾ ਕੇ ਜੇਲ੍ਹ 'ਚ ਬੰਦ ਕਰ ਲਿਆ ਜਿਸ ਦੀ ਅਸੀਂ ਬੜੀ ਜ਼ਿਆਦਾ ਨਿਖੇਧੀ ਕਰਦੇ ਹਾਂ। ਸੋ ਅਸੀਂ ਕੱਲ ਸਾਰਿਆਂ ਨੇ ਬੈਠ ਕੇ ਪ੍ਰਧਾਨ ਸਾਹਿਬਾਨਾਂ ਸਾਰਿਆਂ ਨੇ ਬੈਠ ਕੇ ਇਹ ਡਿਸਾਈਡ ਕੀਤਾ ਹੈ ਕਿਉਂਕਿ ਹਮੇਸ਼ਾ ਅਸੀਂ ਕਿਹਾ ਸੀ ਕਿ ਸਟ੍ਰਾਈਕ ਜਦ ਵੀ ਕਰਨੀ ਹੈ ਅਸੀਂ ਟਰਾਂਸਪੋਰਟ ਖਿੱਤਾ ਜਿਹੜਾ ਹੈ ਅਸੀਂ ਪਬਲਿਕ ਦੇ ਲਈ ਹਾਂ ਕਿਉਂਕਿ ਅਸੀਂ ਸਕੂਲ ਵੇਖਣੇ ਨੇ ਅਸੀਂ ਪਬਲਿਕ ਦਾ ਵੀ ਵੇਖਣਾ ਹੈ ਕਿ ਕੋਈ ਸਾਡੀ ਕਰਕੇ ਕੋਈ ਹੈਰੈਸ ਨਾ ਹੋਏ। ਇਸ ਲਈ ਅਸੀਂ 4-5 ਦਿਨਾਂ ਦਾ ਵਿੱਚ ਟਾਈਮ ਦੇ ਰਹੇ ਹਾਂ 4-5 ਦਿਨਾਂ ਦਾ ਟਾਈਮ ਦੇ ਰਹੇ ਹਾਂ। ਅਸੀਂ ਇਹ ਡਿਸਾਈਡ ਕੀਤਾ ਹੈ ਕਿ ਸਾਡਾ ਅਗਲੇ ਆਉਣ ਵਾਲੇ ਵੀਰਵਾਰ ਨੂੰ ਲੈ ਕੇ ਵੀਰਵਾਰ ਤੋਂ ਸਾਡਾ ਬੰਦ ਜਿਹੜਾ ਉਹ ਅਨਿਸ਼ਚਿਤ ਕਾਲ ਦਾ ਬੰਦ ਹੋਏਗਾ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ। ਔਰ ਜਿਹੜੇ ਸਾਡੇ ਵੀਰ ਕਿਉਂਕਿ ਉਹਨਾਂ ਵੀਰਾਂ ਦੇ ਵਿੱਚ ਬੜੇ ਸਾਡੇ ਟਰਾਂਸਪੋਰਟਰ ਵੀਰ ਹਨ ਸਾਡੇ ਇੱਕ ਅਖਨੂਰ ਰੋਡ ਦੇ ਇੱਧਰ ਦੇ ਛੰਮ ਰੋਡ ਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਹਨ ਜਿਹੜੇ ਇਸ ਵਕਤ ਜੇਲ੍ਹ ਵਿੱਚ ਹਨ। ਅਸੀਂ ਉਹਨਾਂ ਜਿਹੜੇ ਸਾਡੇ ਵੀਰਾਂ ਨੂੰ ਇਹਨਾਂ ਨੇ ਜੇਲ੍ਹ ਵਿੱਚ ਬੰਦ ਕੀਤੇ ਦਾ ਇਸ ਪ੍ਰੋਟੈਸਟ ਦੀ ਕਰਕੇ ਕਿਉਂਕਿ ਇਹ ਪ੍ਰੋਟੈਸਟ ਉਹ ਆਪਣੇ ਕਿਸੇ ਨਿੱਜੀ ਸਵਾਰਥ ਦੀ ਕਰਕੇ ਨਹੀਂ ਕਰ ਰਹੇ ਸਨ, ਇਹ ਜੰਮੂ ਕਸ਼ਮੀਰ ਦੀ ਆਵਾਮ ਦੇ ਲਈ ਕਰ ਰਹੇ ਸਨ। ਸੋ ਅਸੀਂ ਸਰਕਾਰ ਨੂੰ ਇਹ ਅਲਟੀਮੇਟਮ ਦਿੰਦੇ ਹਾਂ ਕਿ ਅਸੀਂ ਵੀਰਵਾਰ ਨੂੰ ਟਰਾਂਸਪੋਰਟ ਮਤਲਬ ਚੱਕਾ ਜਾਮ ਔਰ ਇਹ ਅਸੀਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਉਹਨਾਂ ਦੇ ਮਿਨਿਸਟਰ ਨਿਤਿਨ ਗਡਕਰੀ ਨੂੰ ਔਰ ਸੈਂਟਰਲ ਦੀ ਬੀਜੇਪੀ ਸਰਕਾਰ ਨੂੰ ਅਸੀਂ ਇਹ ਜਿਹੜਾ ਚੇਤਾਵਨੀ ਦਿੰਦੇ ਹਾਂ ਕਿ ਅਗਰ ਵੀਰਵਾਰ ਤੋਂ ਪਹਿਲੇ ਇਹ ਮਸਲਾ ਹੱਲ ਨਹੀਂ ਹੋਇਆ ਤੇ ਫਿਰ ਅਸੀਂ ਦੱਸਾਂਗੇ ਟੋਲ ਕਿਸ ਤਰ੍ਹਾਂ ਉਖਾੜਿਆ ਜਾਂਦਾ ਹੈ ਜਾਂ ਟੋਲ ਕਿਸ ਤਰ੍ਹਾਂ ਬੰਦ ਕੀਤਾ ਜਾਂਦਾ ਹੈ ਕਿਉਂਕਿ ਟਰਾਂਸਪੋਰਟ ਜਿਹੜੀ ਹੈ ਪੂਰੀ ਜੰਮੂ ਕਸ਼ਮੀਰ ਦੀ ਆਵਾਮ ਦੇ ਨਾਲ ਖੜੀ ਹੈ ਔਰ ਆਵਾਮ ਦੇ ਹਿੱਤਾਂ ਦੀ ਆਵਾਜ਼ ਚੁੱਕਣ ਦੇ ਲਈ ਅਸੀਂ ਹਮੇਸ਼ਾ ਤਤਪਰ ਰਹੇ ਹਾਂ। ਔਰ ਇਸ ਵਕਤ ਅਸੀਂ ਫਿਰ ਇੱਕ ਵਾਰ ਨੈਸ਼ਨਲ ਹਾਈਵੇ ਅਥਾਰਟੀ ਨੂੰ ਜੰਮੂ ਐਡਮਿਨਿਸਟ੍ਰੇਸ਼ਨ ਨੂੰ ਔਰ ਨਿਤਿਨ ਗਡਕਰੀ ਸਾਹਿਬ ਨੂੰ ਖਾਸ ਕਰਕੇ ਜਿਨ੍ਹਾਂ ਦੇ ਅੰਡਰ ਨੈਸ਼ਨਲ ਹਾਈਵੇ ਅਥਾਰਟੀ ਆਂਦੀ ਹੈ ਔਰ ਸੈਂਟਰਲ ਦੀ ਬੀਜੇਪੀ ਸਰਕਾਰ ਨੂੰ ਅਸੀਂ ਕੜੇ ਲਫ਼ਜ਼ਾਂ ਦੇ ਵਿੱਚ ਇਹ ਚੇਤਾਵਨੀ ਦਿੰਦੇ ਹਾਂ ਕਿ ਵੀਰਵਾਰ ਤੱਕ ਦਾ ਟਾਈਮ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਉਹ ਦੇ ਰਹੀ ਹੈ। ਉਸ ਤੋਂ ਬਾਅਦ ਅਸੀਂ ਅਨਿਸ਼ਚਿਤ ਕਾਲ ਦੀ ਹੜਤਾਲ ਤੇ ਬੈਠਾਂਗੇ ਜਬ ਤੱਕ ਇਹ ਮਸਲਾ ਹੱਲ ਨਹੀਂ ਹੋਏਗਾ। ਅਸੀਂ ਉਸ ਤਬ ਤੱਕ ਲਾਸਟ ਤੱਕ ਉਸ ਹੜਤਾਲ ਤੇ ਅਸੀਂ ਕਾਇਮ ਰਹਾਂਗੇ। ਉਹਦੇ ਵਿੱਚ ਕਾਰਨ ਇਹ ਹੈ ਕਿ 30 ਤਰੀਕ ਤੱਕ ਅਮਰਨਾਥ ਯਾਤਰਾ ਚੱਲੇ ਕਰਦੇ ਤਾਂ ਵੀ ਅਸੀਂ ਬੰਦ ਨਹੀਂ ਕਰੇ ਕੁਝ ਅਸੀਂ ਅਮਰਨਾਥ ਯਾਤਰਾ ਨੂੰ ਲੈ ਕੇ ਵੀ ਜਿਹੜਾ ਅਸੀਂ ਡਿਸਾਈਡ ਕੀਤਾ ਸੀ ਕਿ ਅਮਰਨਾਥ ਯਾਤਰਾ ਨੂੰ 3-4-5 ਦਿਨ ਰਹਿ ਗਏ ਨੇ। 30 ਤਰੀਕ ਅਮਰਨਾਥ ਯਾਤਰਾ ਵੀ ਖਤਮ ਹੋ ਜਾਏਗੀ। 31 ਤਰੀਕ ਤੋਂ ਅਸੀਂ 30 ਤਰੀਕ ਦਾ ਲਾਸਟ ਟਾਈਮ ਦਿੱਤਾ ਉਹਨਾਂ ਨੂੰ 31 ਤਰੀਕ ਤੋਂ ਸਾਡਾ ਜਿਹੜਾ ਪ੍ਰੋਟੈਸਟ ਸ਼ੁਰੂ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਦੇਖੋ ਅਮਰਨਾਥ ਯਾਤਰਾ 'ਚ ਬਾਹਰ ਦੇ ਵੀ ਯਾਤਰੂ ਬੜੇ ਆਉਂਦੇ ਨੇ ਦੇ ਸਾਡੀ ਕਰਕੇ ਕੋਈ ਡਿਸਟਰਬ ਹੋਏ ਜੰਮੂ ਕਸ਼ਮੀਰ ਦੀ ਛਵੀ ਖਰਾਬ ਛਵੀ ਜਾਏ ਅਸੀਂ ਨਹੀਂ ਚਾਹੁੰਦੇ। ਸੋ ਅਸੀਂ ਫਿਰ ਇੱਕ ਵਾਰ ਅਲਟੀਮੇਟਮ ਦਿੰਦੇ ਹਾਂ ਸਰਕਾਰ ਨੂੰ ਕਿਉਂਕਿ ਸਾਡੀਆਂ ਉਹ ਜਿਹੜੀਆਂ ਗੱਡੀਆਂ ਪਿਛਲੇ ਵੈਸੇ ਹੀ 1 ਤਰੀਕ ਤੋਂ ਲੈ ਕੇ ਬੰਦ ਹਨ। ਸਾਡੇ ਕਠੂਏ ਰੂਟ ਦੀਆਂ ਬਸੋਲੀ ਰੂਟ ਦੀਆਂ ਗੱਡੀਆਂ ਆਲਰੇਡੀ ਬੰਦ ਹਨ ਸਾਡੀਆਂ। ਉਹਨਾਂ ਵਾਸਤੇ ਕੀ ਸ਼ੁਕਰ ਦੇ ਕੀ ਸ਼ਨੀ ਦੇ ਕੀ ਹੈ ਉਹ ਗੱਡੀਆਂ ਸਾਡੀਆਂ ਪਿਛਲੀਆਂ 1 ਮਹੀਨੇ ਦੀ ਆਲਰੇਡੀ ਬੰਦ ਚੱਲ ਰਹੀਆਂ। ਮਗਰ ਅਸੀਂ ਹੁਣ 31 ਤਰੀਕ ਵੀਰਵਾਰ ਤੋਂ ਲੈ ਕੇ ਅਗਰ ਇਹ ਮਸਲਾ ਹੱਲ ਨਹੀਂ ਹੁੰਦਾ ਇੱਕ ਟੋਲ ਪਲਾਜ਼ਾ ਦਾ ਮਸਲਾ ਦੂਜਾ ਜਿਹੜੇ ਸਾਡੇ ਵੀਰ ਜੇਲ੍ਹਾਂ 'ਚ ਭਰੇ ਹੋਏ ਹਨ ਬਿਨਾਂ ਕੇਸ ਉਹਨਾਂ ਦੇ ਪਾਏ ਦੇ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਅਸੀਂ। ਅਗਰ ਇਹ ਮਸਲੇ ਦੋ ਹੱਲ ਨਹੀਂ ਹੁੰਦੇ ਅਸੀਂ ਵੀਰਵਾਰ ਨੂੰ ਪੂਰੇ ਜੰਮੂ ਕਸ਼ਮੀਰ ਜੇਕੇ ਯੂਟੀ ਦੀ ਆਵਾਮ ਨੂੰ ਨਾਲ ਲੈ ਕੇ ਅਸੀਂ ਅਨਿਸ਼ਚਿਤ ਕਾਲ ਦੀ ਚੱਕਾ ਜਾਮ ਹੜਤਾਲ ਤੇ ਜਾ ਰਹੇ ਹਾਂ। ਔਰ ਮੈਂ ਇੱਕ ਵਾਰ ਸਾਰੀਆਂ ਸੰਸਥਾਵਾਂ ਨੂੰ
ਜਿਹਦੇ ਵਿੱਚ ਬਾਰ ਐਸੋਸੀਏਸ਼ਨ, ਚੈਂਬਰ ਆਫ ਕਾਮਰਸ, ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਆਓ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜੰਮੂ ਕਸ਼ਮੀਰ ਦੀ ਆਵਾਮ ਦੇ ਲਈ, ਜੰਮੂ ਕਸ਼ਮੀਰ ਦੇ ਹੱਕਾਂ ਦੇ ਲਈ ਆਓ ਲੜੀਏ। ਕਿਉਂਕਿ ਜਦ ਤੱਕ ਅਸੀਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਨਹੀਂ ਆਵਾਂਗੇ, ਵੱਖਰੇ ਵੱਖਰੇ ਆਪਣੀਆਂ ਕਰਕੇ ਅਸੀਂ ਲੜਾਈਆਂ ਕਰਾਂਗੇ, ਉੱਥੇ ਅਸੀਂ ਕਾਮਯਾਬ ਨਹੀਂ ਹੋਵਾਂਗੇ। ਮੈਂ ਇੱਕ ਵਾਰ ਬਾਰ ਐਸੋਸੀਏਸ਼ਨ ਨੂੰ ਔਰ ਚੈਂਬਰ ਆਫ ਕਾਮਰਸ ਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਆਓ ਸਾਰੀਆਂ ਸੰਸਥਾਵਾਂ ਅਸੀਂ ਇਕੱਠੇ ਹੋ ਕੇ ਵੀਰਵਾਰ ਤੋਂ ਲੈ ਕੇ ਅਨਿਸ਼ਚਿਤ ਕਾਲ ਦੀ ਸਟ੍ਰਾਈਕ ਤੇ ਜਾਈਏ। ਤੁਸੀਂ ਪੰਜਾਬ ਵਿੱਚ ਵੇਖਿਆ ਹੋਣਾ, ਜਦੋਂ ਐਜੀਟੇਸ਼ਨ ਚੱਲ ਰਹੀ ਸੀ, ਪੰਜਾਬ ਵਿੱਚ ਕਿਸੇ ਟੋਲ ਨੂੰ ਤਬ ਤੱਕ ਨਹੀਂ ਖੁੱਲਣ ਦਿੱਤਾ ਗਿਆ ਜਦ ਤੱਕ ਉਸ ਦਾ ਕੋਈ ਫੈਸਲਾ ਨਹੀਂ ਹੋ ਦਿੱਤਾ ਗਿਆ। ਤੇ ਫਿਰ ਅਸੀਂ ਕਿਉਂ ਪਿੱਛੇ ਹਾਂ? ਅਸੀਂ ਵੀ ਉਸ ਸਟੇਜ ਤੇ ਆ ਸਕਦੇ ਹਾਂ। ਇਸ ਕਰਕੇ ਮੈਂ ਇੱਕ ਵਾਰ ਫਿਰ ਤੋਂ ਬੀਜੇਪੀ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਇਹ ਚੇਤਾਵਨੀ ਦਿੰਦਾ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਕਿ ਵੀਰਵਾਰ ਤੱਕ ਸਿਰਫ ਅਸੀਂ ਦੇਖਾਂਗੇ, ਵੀਰਵਾਰ ਤੋਂ ਲੈ ਕੇ ਸਮੂਹ ਜੰਮੂ ਕਸ਼ਮੀਰ ਦੀ ਆਵਾਮ, ਸਮੂਹ ਟਰਾਂਸਪੋਰਟਰ ਅਸੀਂ ਅਨਿਸ਼ਚਿਤ ਕਾਲ ਦੀ ਸਟ੍ਰਾਈਕ ਤੇ ਜਾਵਾਂਗੇ ਜੀ। ਆਵਾਜ਼ ਦਿਓ, ਆਵਾਜ਼ ਦਿਓ, ਆਵਾਜ਼ ਦਿਓ, ਆਵਾਜ਼ ਦਿਓ। क्या उनकी तरफ से आपसे बातचीत की गई थी, क्योंकि शनिवार को उनके द्वारा बंद की कॉल दी गई है? भाई साहब, हम पहले आपको बता दें कि हमने जब भी कोई प्रेस कॉन्फ्रेंस किया या स्ट्राइक में गए तो हमने सरकार को एक टाइम दिया। सरकार के अलावा आवाम को टाइम देना बड़ा जरूरी है। हम गैर जिम्मेवार लोग नहीं हैं, हम जिम्मेवार लोग हैं। आज बोल दें, कल या परसों स्ट्राइक करो, लोगों के आवाम तक भी ये मैसेज पहुंचना चाहिए, क्योंकि बहुत से हमारे भाई ऐसे जो दिहाड़ीदार हैं, जो ट्रांसपोर्टर के थ्रू मेटाडोरों में, बसों में सुबह घर से आते हैं, आके अपनी दिहाड़ी लगाते हैं। ये 4-5 दिन का टाइम, एक तो हमने अमरनाथ यात्रा को मद्देनजर रख के किया है, और दूसरा रक्षाबंधन है, मंगल बुधवार का रक्षाबंधन है। इन चीज़ों को हमने मद्देनजर रख के 4-5 दिन का, ताकि जो अवाम है वो भी अवेयर हो सके, और हम सब मिलके, पूरी संस्थाएं हम सब मिलके जम्मू कश्मीर की इस जो जम्मू कश्मीर की आवाज़ है उसको हम उनके हक दिला सकें, जम्मू कश्मीर की आवाज़ के साथ कदम से कदम मिला के चल सकें। अजीत जी सबसे ज्यादा सबसे ज्यादा जो दिक्कत है वो ट्रांसपोर्टरों को है। बिल्कुल, क्योंकि अगर बगैर केस दे बच्चे बाहर आने चाहिए, बगैर केस दे जम्मू कठुआ जिंदाबाद, बगैर केस दे बंदे बाहर आने चाहिए। जुआ राजपूत समझ रहे, बगैर केस दे बंदे बाहर आने। सरकार की चेतावनी देने इस टेबल पर भैया, बगैर केस दे बंदे चाहिए बाहर। जी सबसे ज्यादा प्रॉब्लम जी है ट्रांसपोर्टरिंग की है, क्योंकि जम्मू कठुआ, जम्मू सांबा, बसोली, बनी सब तो ज्यादा प्रॉब्लम्स टोल और रोड की वजह नाल गड्डियां नूं आ रही हैं। सस्पेंशन जा रही है गड्डियां दी, ड्राइवर्स नाल असीं गल कीती है। सोमवार तो, पिछले सोमवार तो पूरा इशू चल रहा है। क्या तुहानूं नहीं लगता कि वीरवार तक कुछ ज्यादा समय है थोड़ा डिसीजन लैन नूं, कुछ जल्दी इहदे बारे सोचना चाहिए? क्योंकि इन्नी सारी चीज़ों टोल प्लाजा लगातार टोल कट रहा, उन्हें की कोई भी मतलब फर्क नहीं पिया। लोग अरेस्ट एंड प्रोटेस्ट कर रहे हैं, तो उस पर प्रेस कॉन्फ्रेंस कर रहे हो, वो लगातार टोल कट रहे हैं। और साढ़े जो बस ड्राइवर्स हैं वो लगातार इस चीज़ की सफ़र भी कर रहे हैं, टोल भी दे रहे हैं, तो गड्डी की भी उनकी जी है पूरी डेप्रीसीएशन हो रही है जी इस रोड उपर चल रही है। ਤੁਸੀਂ ਸਭ ਤੋਂ ਬੜਾ ਵਧੀਆ ਕੁਐਸਚਨ ਕੀਤਾ। ਪਹਿਲੀ ਗੱਲ ਇਹ ਵੀਰ ਜੀ, ਦੇਖੋ ਸਾਨੂੰ ਹਮੇਸ਼ਾ ਤੁਸੀਂ ਵੇਖਿਆ ਹੋਣਾ, ਜਦੋਂ ਵੀ ਕੋਈ ਮੁੱਦਾ ਹੁੰਦਾ ਹੈ ਅਸੀਂ ਹਰ ਕੋਸ਼ਿਸ਼ ਕਰਦੇ ਹਾਂ ਕਿ ਟੇਬਲ ਤੇ ਬਹਿ ਕੇ ਮੁੱਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ऐसा नहीं है कि हर बार ਅਸੀਂ ਸਾਲ ਟੇਬਲ ਹੀ ਖਟਖਟਾਉਂਦੇ ਰਹਿੰਦੇ ਹਾਂ। ਇੱਕ ਲਿਮਿਟਿਡ ਟਾਈਮ ਹੁੰਦਾ ਹੈ, ਉਸ ਟਾਈਮ ਦੇ ਤਹਿਤ ਅਸੀਂ 1 ਅਗਸਤ ਨੂੰ ਡਿਵਕਾਮ ਸਾਹਿਬ ਨੂੰ ਲੈਟਰ ਦਿੱਤੀ ਸੀ। 5 ਅਗਸਤ ਨੂੰ ਡਿਵਕਾਮ ਸਾਹਿਬ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਲੈਟਰ ਭੇਜੀ ਸੀ। ਸਾਨੂੰ ਇਹ ਆਸ਼ਵਾਸਨ ਦਿੱਤਾ ਗਿਆ ਸੀ ਕਿ 15 ਅਗਸਤ ਤੋਂ ਬਾਅਦ ਜਿਹੜਾ ਇਹ ਮਸਲਾ ਹੱਲ ਹੋ ਜਾਏਗਾ। 15 ਅਗਸਤ ਤੋਂ ਬਾਅਦ ਇਹ ਵਾਲੀ ਪ੍ਰੋਬਲਮ ਆ ਗਈ, ਜਿਹੜੇ ਸਾਡੇ ਵੀਰ ਜਾ ਕੇ ਪੀਸਫੁਲ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਨੂੰ ਜੇਲ੍ਹਾਂ 'ਚ ਭਰਤਾ ਗਿਆ। ਫਿਰ ਸਾਨੂੰ ਪਤਾ ਚੱਲਿਆ 22 ਤਰੀਕ ਐਲਜੀ ਸਾਹਿਬ ਜੰਮੂ ਆ ਰਹੇ ਹਨ। ਅਸੀਂ ਇਨਸਟੈਂਟ ਐਲਜੀ ਸਾਹਿਬ ਕੋਲ ਟਾਈਮ ਲਿਆ, ਜਾ ਕੇ ਐਲਜੀ ਸਾਹਿਬ ਨੂੰ ਮੈਮੋਰੰਡਮ ਦਿੱਤਾ। ਐਲਜੀ ਸਾਹਿਬ ਨੇ ਕਿਹਾ ਕਿ ਵਿਦ ਇਨ ਡੇਜ਼ ਹੋ ਜਾਏਗਾ। ਅੱਜ ਫਿਰ ਸਾਨੂੰ ਐਲਜੀ ਸਾਹਿਬ ਨੂੰ ਮਿਲੇ 4 ਦਿਨ ਹੋ ਚੁੱਕੇ ਹਨ। ਅਸੀਂ ਕੱਲ ਪੂਰੇ ਸਮੂਹ ਪ੍ਰਧਾਨ ਸਾਹਿਬਾਨਾਂ ਨੂੰ ਬੈਠ ਕੇ ਜਿਸ ਟਾਈਮ ਗੱਲ ਕੀਤੀ, ਉਹਦੇ ਵਿੱਚ ਇਹ ਆ ਗਈ, ਅਸੀਂ ਦੇਖੋ ਇੱਕ ਜ਼ਿੰਮੇਵਾਰ ਸੰਸਥਾ, ਸਾਡੀ ਮੈਟਾਡੋਰਾਂ ਤੇ ਬੱਸਾਂ ਤੇ ਹਰ ਦਿਹਾੜੀਦਾਰ ਨੇ, ਸਕੂਲ ਦੇ ਬੱਚਿਆਂ ਨੇ, ਸਾਰਿਆਂ ਨੇ ਜਾਣਾ ਹੁੰਦਾ ਹੈ। ਸਾਨੂੰ ਪਬਲਿਕ ਨੂੰ ਅਵੇਅਰ ਕਰਨ ਵਾਸਤੇ 4-5 ਹਾਲਾਂਕਿ ਘੱਟ ਤੋਂ ਘੱਟ 10 ਦਿਨ ਦਾ ਟਾਈਮ ਦੇਣਾ ਚਾਹੀਦਾ ਹੈ, ਮਗਰ 4-5 ਦਿਨ ਦਾ ਬਹੁਤ ਜ਼ਰੂਰੀ ਹੈ। ਔਰ ਦੂਜੀ ਅਮਰਨਾਥ ਯਾਤਰਾ ਚੱਲ ਰਹੀ ਹੈ, 30 ਤਰੀਕ ਤੱਕ ਅਮਰਨਾਥ ਯਾਤਰਾ ਹੈ। ਕਿਉਂਕਿ ਅਸੀਂ ਰੋਡਾਂ ਤੇ ਬੈਠਾਂਗੇ ਤੇ ਅਸੀਂ ਦੱਸਾਂਗੇ ਚੱਕਾ ਜਾਮ ਕੀ ਚੀਜ਼ ਹੁੰਦੀ ਹੈ। ਅਸੀਂ ਚੱਕਾ ਜਾਮ ਕਰਕੇ ਦੱਸਾਂਗੇ ਕੋਈ ਚੱਕਾ ਅਸੀਂ ਹਾਂ। ਤੇ ਅੱਜ ਅਗਰ ਅਸੀਂ ਇਸ ਸਟੇਜ ਤੇ ਇਸ ਸਟੇਜ ਤੇ ਆਏ ਹਾਂ ਕਿ ਅਸੀਂ ਅੱਜ ਚੱਕੇ ਜਾਮ ਦੀ ਨੌਬਤ ਤੇ ਆਏ ਹਾਂ, ਅਸੀਂ ਵੀਰਵਾਰ ਦਾ ਟਾਈਮ ਇਸ ਲਈ ਦਿੱਤਾ ਹੈ। ਇੱਕ ਦੇ ਯਾਤਰਾ ਵਾਲਾ ਇਸ਼ੂ ਅੰਦਰ ਖਤਮ ਹੋ ਜਾਏਗਾ 30 ਤਰੀਕ ਨੂੰ। 31 ਤਰੀਕ ਦਾ ਅਸੀਂ ਟਾਈਮ ਇਸ ਕਰਕੇ ਦਿੱਤਾ ਹੈ ਕਿ 31 ਤਰੀਕ ਨੂੰ ਅਸੀਂ ਸਾਰੇ ਮਿਲ ਕੇ, वीरवार फाइनल है, बुधवार लास्ट है। एक दिन दिया या इंडेफिनिट? सर इंडेफिनेट स्ट्राइक है।